ਵੈਲਕਮ ਟੂ CBC ऑनलाइन प्लेटफॉर्म। मैं ਤੁਹਾਡਾ ਆਪਣਾ ਰਵੀ ਸਰ। ਅੱਜ ਅਸੀਂ ਕਰਾਂਗੇ ਜੀ 10 ਜਨਵਰੀ ਦੇ ਕਰੰਟ ਅਫੇਅਰ। ਆਓ ਜੀ ਪਹਿਲੇ ਕੁਐਸਚਨ ਤੇ ਆਉਂਦੇ ਹਾਂ। ਸਭ ਤੋਂ ਪਹਿਲਾ ਕੁਐਸਚਨ, ਵਿਚ ਸਟੇਟ ਹੈਜ਼ ਫਸਟ ਬੈਸਟ ਕੈਟੇਗਰੀ ਅਵਾਰਡ ਇਨ ਦੀ ਨੈਸ਼ਨਲ ਵਾਟਰ ਅਵਾਰਡਸ 2020। ਕਿ ਇਹਦੇ ਵਿੱਚ ਪੁੱਛਦਾ ਪਿਆ ਜੀ ਕਿਹੜੇ ਸਟੇਟ ਨੂੰ ਬੈਸਟ ਕੈਟੇਗਰੀ ਅਵਾਰਡ ਮਿਲਿਆ ਹੈ ਵਾਟਰ ਐਫੀਸ਼ੀਐਂਸੀ ਵਾਸਤੇ। ਇਹ ਜਿਹੜਾ ਵਾਟਰ ਐਫੀਸ਼ੀਐਂਸੀ ਅਵਾਰਡ ਜਿਹੜਾ ਸੀਗਾ ਨੈਸ਼ਨਲ ਵਾਟਰ ਅਵਾਰਡ ਹੈ, ਇਹ 3rd ਐਡੀਸ਼ਨ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਮਿਨਿਸਟਰੀ ਆਫ ਜਲ ਸ਼ਕਤੀ ਦੇ ਅੰਡਰ ਹੈ। ਗਜੇਂਦਰ ਸਿੰਘ ਸ਼ੇਖਾਵਤ ਇਹਨਾਂ ਦੇ ਮਿਨਿਸਟਰ ਨੇ ਅਤੇ ਇਹਨਾਂ ਦੀ ਜਿਹੜੀ ਕੌਂਸਟੀਟੂਐਂਸੀ ਹੈ ਉਹ ਜੋਧਪੁਰ ਹੈ। ਠੀਕ ਹੈ ਜੀ। ਅਤੇ ਇਹ ਅਵਾਰਡ ਦੇ ਵਿੱਚ ਜਿਹੜਾ ਬੈਸਟ ਕੈਟੇਗਰੀ ਅਵਾਰਡ ਮਿਲਿਆ ਹੈ ਸਟੇਟ ਨੂੰ ਉਹ ਹੈਗਾ ਉੱਤਰ ਪ੍ਰਦੇਸ਼। ਠੀਕ ਹੈ ਜੀ। ਆਦਿਤਿਆ ਜਿਹੜੇ ਯੋਗੀ ਇਹਨਾਂ ਦੇ ਕੀ ਨੇ CM ਨੇ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਅਤੇ ਇਹਨਾਂ ਦੀ ਜਿਹੜੀ ਕੈਪੀਟਲ ਹੈ ਉਹ ਲਖਨਊ ਹੈ, ਗੋਮਤੀ ਰਿਵਰ ਦੇ ਉੱਪਰ ਹੈ। ਇਹ ਤੁਸੀਂ ਯਾਦ ਰੱਖਿਆ ਜੀ। ਅਤੇ ਇਹਦੇ ਵਿੱਚ ਤੁਹਾਨੂੰ ਇਹੀ ਨਹੀਂ ਪੁੱਛ ਸਕਦਾ, 3 ਸਟੇਟਾਂ ਵੀ ਯਾਦ ਰੱਖਿਆ ਜੀ। UP ਪਹਿਲੇ ਨੰਬਰ 'ਤੇ ਸੀਗਾ, ਰਾਜਸਥਾਨ 2nd ਨੰਬਰ 'ਤੇ ਸੀਗਾ, ਤਮਿਲਨਾਡੂ 3rd ਨੰਬਰ 'ਤੇ ਸੀਗਾ। ਠੀਕ ਹੈ ਜੀ। ਬੈਸਟ ਡਿਸਟ੍ਰਿਕਟ ਦੇ ਪੁੱਛੇ ਤੁਹਾਨੂੰ ਫਿਰ ਆਊਗਾ ਜੀ ਮੁਜ਼ੱਫਰਨਗਰ UP ਦਾ, ਮੁਜ਼ੱਫਰਨਗਰ ਬੈਸਟ ਜਿਹੜਾ ਡਿਸਟ੍ਰਿਕਟ ਵਜੋਂ। ਅਤੇ ਪੰਜਾਬ ਦਾ ਇਹਦੇ ਵਿੱਚ ਕਿਸੇ ਨੂੰ ਕੁਛ ਅਵਾਰਡ ਮਿਲਿਆ? ਹਾਂਜੀ, ਮੋਹਾਲੀ ਨੂੰ ਐਜ਼ ਏ ਬੈਸਟ ਅਵਾਰਡ ਦੇ ਵਿੱਚ 2nd ਪਲੇਸ ਜਿਹੜਾ ਹੈ ਡਿਸਟ੍ਰਿਕਟ ਦੇ ਵਿੱਚ ਮਿਲਿਆ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਤੇ ਆਪਾਂ ਨੈਕਸਟ ਚੱਲਦੇ ਹਾਂ ਕੁਐਸਚਨ ਦੇ ਉੱਪਰ। ਰਿਸੈਂਟਲੀ ਦੀ ਸਪੋਰਟਸ ਮਿਨਿਸਟਰੀ ਮਿਸ਼ਨ ਆਫ ਓਲੰਪਿਕ ਸੈੱਲ ਨੇ ਅਪਰੂਵ ਕੀਤਾ ਹੈ ਕਿਸ ਨੂੰ? ਐਲਪਾਈਨ ਸਕੀਇੰਗ ਐਥਲੀਟ ਜਿਹੜੇ ਨੇ ਉਹਨਾਂ ਨੂੰ ਅਪਰੂਵ ਕੀਤਾ ਹੈ ਐਜ਼ ਏ ਅਤੇ ਆਪਣੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਦੇ ਵਿੱਚ, ਕੋਰ ਗਰੁੱਪ ਦੇ ਵਿੱਚ। ਤਾਂ ਇਹ ਇੱਕ ਗਰੁੱਪ ਹੈ ਜੀ ਸਾਡੇ ਇੰਡੀਆ ਦਾ। ਮਿਨਿਸਟਰੀ ਆਫ ਸਪੋਰਟਸ ਦੇ ਅਨੁਰਾਗ ਠਾਕੁਰ ਇਹਨਾਂ ਦੇ ਕੀ ਨੇ ਮਿਨਿਸਟਰ ਨੇ। ਅਤੇ ਉਹਨਾਂ ਨੇ ਜੀ ਇੱਕ ਗਰੁੱਪ ਬਣਾਇਆ ਸੀਗਾ ਜਿਹਦੇ ਵਿੱਚ ਕੀ ਸੀਗਾ, ਹੁਣ ਜਿਹੜੇ ਆਪਣਾ ਟੌਪ ਸਕੀਮ ਚੱਲ ਰਹੀ ਹੈ। ਟੌਪ ਸਕੀਮ ਦਾ ਮਤਲਬ ਕੀ ਹੈ? ਜਿਹੜੀ ਸਾਡੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਹੈ, ਓਲੰਪਿਕ ਦੇ ਵਿੱਚ ਜਿਹੜੇ ਆਪਾਂ ਖਿਲਾੜੀ ਭੇਜਦੇ ਹਾਂ ਉਹਨਾਂ ਵਾਸਤੇ ਸਾਡਾ ਜਿਹੜਾ ਮਿਨਿਸਟਰੀ ਆਫ ਸਪੋਰਟਸ ਦੇ ਅੰਡਰ ਇੱਕ ਸੈੱਲ ਹੈਗਾ ਜਿਹਦਾ ਨਾਮ ਹੈ ਮਿਸ਼ਨ ਓਲੰਪਿਕ ਸੈੱਲ। ਠੀਕ ਹੈ। ਉਹਨਾਂ ਨੇ ਅਪਰੂਵ ਕੀਤਾ ਕਿਸ ਮੈਂਬਰ ਨੂੰ? ਤਾਂ ਇਹ ਹੈਗੇ ਨੇ ਐਥਲੀਟ ਹੈਗੇ ਨੇ, ਉਹਨਾਂ ਦਾ ਨਾਮ ਹੈ ਜੀ ਮੁਹੰਮਦ ਆਰਿਫ ਖਾਨ। ਠੀਕ ਹੈ ਜੀ। ਇਹ ਮਿਨਿਸਟਰੀ। ਠੀਕ ਹੈ ਜੀ। ਜੇ ਹੁਣ ਤੁਹਾਨੂੰ ਪਤਾ ਸੀਗਾ ਵੀ ਇਹ ਟੋਕੀਓ ਜਿਹੜਾ ਹੁਣ ਆਪਣਾ 2020 ਆਪਣਾ ਸਮਰ ਓਲੰਪਿਕ ਹੋਇਆ ਸੀਗਾ ਟੋਕੀਓ ਜਾਪਾਨ ਦੇ ਵਿੱਚ। ਅਤੇ ਹੁਣ ਜਿਹੜਾ ਵਿੰਟਰ ਕਦੋਂ ਹੋਣਾ ਹੈ? 2022 ਦੇ ਵਿੱਚ ਫਰਵਰੀ ਦੇ ਵਿੱਚ ਹੋਣ ਜਾ ਰਿਹਾ। ਕਿੱਥੇ? ਚਾਈਨਾ ਦੇ ਬੀਜਿੰਗ ਸ਼ਹਿਰ ਦੇ ਵਿੱਚ। ਠੀਕ ਹੈ। ਚਾਈਨੀਜ਼ ਬੀਜਿੰਗ ਸ਼ਹਿਰ ਦੇ ਵਿੱਚ। ਅਤੇ ਹੁਣ ਤੁਸੀਂ ਇਹ ਵੀ ਯਾਦ ਰੱਖਣਾ ਹੈ ਲਾਸ ਐਂਜਲਿਸ ਦੇ ਵਿੱਚ ਜਿਹੜਾ ਨੈਕਸਟ ਜਿਹੜਾ ਸਮਰ ਹੈ ਨਾ ਉਹ ਹੋਵੇਗਾ ਪੈਰਿਸ ਦੇ ਵਿੱਚ। ਠੀਕ ਹੈ। ਪੈਰਿਸ ਦੇ ਵਿੱਚ ਹੋਵੇਗਾ, ਪੈਰਿਸ ਦੇ ਵਿੱਚ। ਅਤੇ ਉਹ ਹੋਵੇਗਾ 2024 ਦੇ ਵਿੱਚ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਲਾਸ ਐਂਜਲਿਸ ਦੇ ਵਿੱਚ 2028 ਦੇ ਵਿੱਚ ਹੋਣਾ USA ਦੇ ਵਿੱਚ ਵਿੰਟਰ ਓਲੰਪਿਕ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਆ ਜੀ। ਆਪਾਂ ਨੈਕਸਟ ਕੁਐਸਚਨ 'ਤੇ ਆਉਣੇ ਆ। ਉਸ ਤੋਂ ਬਾਅਦ ਆਓ ਖਾਦੀ ਐਂਡ ਵਿਲੇਜ ਇੰਡਸਟਰੀ ਜਿਹੜੇ ਕਮਿਸ਼ਨ ਹੈ ਸਾਡੇ ਇੰਡੀਆ ਦਾ, ਜਿਹੜਾ ਇੰਡਸਟਰੀ ਨੂੰ ਪ੍ਰਮੋਟ ਕਰਦਾ ਕੋਟੇਜ ਇੰਡਸਟਰੀ ਵਗੈਰਾ ਨੂੰ। ਅਤੇ ਉਹਨਾਂ ਦੇ ਜਿਹੜੇ ਹੈਗੇ ਨੇ ਵਿਨਈ ਕੁਮਾਰ ਸਕਸੈਨਾ ਜਿਹੜੇ ਨੇ ਉਹਨਾਂ ਦੇ ਚੇਅਰਮੈਨ ਨੇ। ਉਹਨਾਂ ਨੇ ਇੱਕ ਮੋਬਾਈਲ ਵੈਨ ਸਟਾਰਟ ਕੀਤੀ ਹੈ, ਇੱਕ ਵਹੀਕਲ ਹੈ। ਠੀਕ ਹੈ ਜੀ। ਉਹ ਕਿਹੜੇ ਡਿਸਟ੍ਰਿਕਟ ਦੇ ਵਿੱਚ ਹਨੀ ਪ੍ਰੋਸੈਸਿੰਗ ਵਾਸਤੇ, ਸ਼ਹਿਦ ਨੂੰ ਇਕੱਠਾ ਕਰਨ ਵਾਸਤੇ ਇੱਕ ਵੈਨ ਮੋਬਾਈਲ ਸੇਵਾ ਸਟਾਰਟ ਕੀਤੀ ਹੈ। ਅਤੇ ਇਹ ਜਿਹੜੀ ਸੇਵਾ ਇਹਨਾਂ ਨੇ ਸਟਾਰਟ ਕੀਤੀ ਹੈ ਉਹ ਸਾਇਰਾ ਨਾਮਕ ਦਾ ਇੱਕ ਵਿਲੇਜ ਹੈ ਇਹਨਾਂ ਦਾ। ਕਿੱਥੇ? ਗਾਜ਼ੀਆਬਾਦ ਦੇ ਵਿੱਚ। ਠੀਕ ਹੈ। UP ਦੇ ਵਿੱਚ ਗਾਜ਼ੀਆਬਾਦ ਦੇ ਵਿੱਚ। ਤੁਸੀਂ ਪਤਾ ਹੈ ਇੱਕ ਆਪਣਾ ਮਿਸ਼ਨ ਚੱਲਦਾ ਸਵੀਟ ਰੈਵੋਲੂਸ਼ਨ ਮੋਦੀ ਸਾਹਿਬ ਨੇ ਸਟਾਰਟ ਕੀਤਾ ਸੀ ਸ਼ਹਿਦ ਨੂੰ ਪ੍ਰਮੋਟ ਕਰਨ ਵਾਸਤੇ, ਸ਼ਹਿਦ ਨੂੰ ਇਹ ਜਿਹੜਾ ਆਪਾਂ ਪ੍ਰਮੋਟ ਕਰਨ ਵਾਸਤੇ। ਤਾਂ ਇਹ ਤੁਸੀਂ ਯਾਦ ਰੱਖਣਾ। ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਸਮਝ। ਇਸ ਵੈਨ ਦੀ ਕੀ ਖਾਸੀਅਤ ਹੈ? ਇਹ 15 ਲੱਖ ਰੁਪਏ ਦੇ ਨਾਲ ਇਹ ਯੂਨਿਟ ਪ੍ਰੋਜੈਕਟ ਲੱਗਿਆ ਜਿਹਦੇ ਵਿੱਚ ਕੀ ਹੈ ਜੀ ਡੇਲੀ ਦਾ ਜਿਵੇਂ ਕਹਿ ਸਕਦੇ ਹਾਂ ਕਿ 300 kg ਜਿਹੜਾ ਹਾਨੀ ਹੈ ਇਹ ਇਕੱਠਾ ਕਰਨਾ 8 ਘੰਟਿਆਂ ਦੇ ਵਿੱਚ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਜਿਹੜਾ ਖਾਦੀ ਵਿਲੇਜ ਇੰਡਸਟਰੀ ਹੈ ਇੱਕ ਕੀ ਹੈ ਜੀ, ਇੱਕ ਸਾਡਾ KVIS, ਇਹ ਇੱਕ ਸਟੈਚੂਰੀ ਕਮਿਸ਼ਨ ਹੈ। ਸਟੈਚੂਰੀ ਕਮਿਸ਼ਨ ਦਾ ਮਤਲਬ ਹੁੰਦਾ ਕਿ ਜਿਹੜੀ ਬੋਡੀ ਪਾਰਲੀਮੈਂਟ ਦੇ ਵਿੱਚ ਪਹਿਲਾਂ ਲਾਅ ਬਣਿਆ ਸੀ, ਐਕਟ ਬਣ ਕੇ। ਉਸੇ ਤਰ੍ਹਾਂ ਉਸ ਤੋਂ 1956 ਦੇ ਵਿੱਚ ਪਹਿਲਾਂ ਇਹਦਾ ਐਕਟ ਬਣਿਆ ਸੀ। ਉਸ ਤੋਂ ਬਾਅਦ ਇਹ ਕੀ ਬਣੀ ਸੀ? 57 ਦੇ ਵਿੱਚ ਬੋਡੀ ਬਣੀ ਸੀ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਤੇ ਇਹਦਾ ਹੈੱਡਕੁਆਟਰ ਹੈਗਾ ਮੁੰਬਈ ਦੇ ਵਿੱਚ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ। ਮੁੰਬਈ ਜਿਹਨੂੰ ਆਪਾਂ ਮਾਇਆ ਨਗਰੀ ਵੀ ਕਹਿੰਦੇ ਹਾਂ। ਠੀਕ ਹੈ। 7 ਆਈਲੈਂਡਸ ਸਿਟੀ ਵੀ ਕਹਿੰਦੇ ਹਾਂ। ਠੀਕ ਹੈ। ਅਤੇ ਇਹ ਮੈਕਸਿਮਮ ਬੈਂਕਾਂ ਦੇ ਹੈੱਡਕੁਆਟਰ ਤੁਹਾਨੂੰ ਉੱਥੇ ਮਿਲਣਗੇ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ 'ਤੇ ਆਉਣੇ ਆ। ਨੈਕਸਟ ਕੁਐਸਚਨ 'ਤੇ ਕੀ ਹੈ ਜੀ, ਵਿਚ ਮਿਨਿਸਟਰੀ ਡਿਪਾਰਟਮੈਂਟ ਆਫ ਪ੍ਰਮੋਸ਼ਨ ਐਂਡ ਇੰਡਸਟਰੀ ਐਂਡ ਇੰਟਰਨਲ ਟਰੇਡ ਡਿਸਾਈਡ ਟੂ ਔਰਗਨਾਈਜ਼ ਦਾ ਸਟਾਰਟਅਪ ਇੰਡੀਆ ਇਨੋਵੇਸ਼ਨ ਵੀਕ। ਸਟਾਰਟਅਪ ਇੰਡੀਆ ਇਨੋਵੇਸ਼ਨ ਵੀਕ ਜਿਹੜਾ ਹੈ ਉਹ ਕਿਹਨਾਂ ਨੇ ਸਟਾਰਟ ਕੀਤਾ ਹੈ? ਵੀ ਆਪਣੇ ਸਟਾਰਟਅਪ ਇੰਡੀਆ ਇਨੋਵੇਸ਼ਨ ਵੀਕ ਕਿਹੜਾ ਹੁੰਦਾ ਹੈ ਜਿਹਦੇ ਵਿੱਚ ਆਪਾਂ ਐਂਟਰਪ੍ਰੈਨਿਓਰ ਸਕਿੱਲਸ ਜਿਹੜੇ ਨੇ ਨਵੇਂ ਜਿਹੜੇ ਉੱਭਰਦੇ ਹੋਏ ਜਿਹੜੇ ਬਿਜ਼ਨਸਮੈਨ ਨੇ, ਜਿਹੜੇ ਸਟੂਡੈਂਟਸ ਨੇ, ਉਹਨਾਂ ਨੂੰ ਆਪਾਂ ਐਂਟਰਪ੍ਰੈਨਿਓਰ ਬਣਾਉਣ ਵਾਸਤੇ ਇਹ ਸਟਾਰਟਅਪ ਇਨੋਵੇਸ਼ਨ ਵੀਕ ਮਨਾ ਰਹੇ ਹਾਂ। ਇਹ ਹੈਗਾ ਆਪਣਾ 10 ਜਨਵਰੀ ਤੋਂ ਲੈ ਕੇ 16 ਜਨਵਰੀ ਤੱਕ। ਠੀਕ ਹੈ ਜੀ। 16 ਜਨਵਰੀ ਤੱਕ ਇਸ ਵੀਕ ਨੂੰ ਮਨਾਇਆ ਜਾ ਰਿਹਾ। ਤਾਂ ਇਹ ਕੌਣ ਮਨਾ ਰਹੇ ਨੇ? ਅਤੇ ਇਹ ਹੈਗੀ ਮਿਨਿਸਟਰੀ ਆਫ ਕਾਮਰਸ ਐਂਡ ਟਰੇਡ, ਕਿਉਂਕਿ ਆਪਾਂ ਕਾਮਰਸ ਐਂਡ ਟਰੇਡ ਦੀ ਗੱਲ ਕਰ ਰਹੇ ਹਾਂ। ਇਹ ਇੱਕ ਡਿਪਾਰਟਮੈਂਟ ਹੈ ਸਾਡਾ ਇੰਡੀਆ ਦਾ ਮਿਨਿਸਟਰੀ ਆਫ ਕਾਮਰਸ ਦੇ ਅੰਡਰ। ਠੀਕ ਹੈ। ਇਹ ਔਰਗਨਾਈਜ਼ ਕਰਦਾ ਪਿਆ। ਠੀਕ ਹੈ ਜੀ। ਇਹਦੇ ਮਿਨਿਸਟਰ ਕੌਣ ਨੇ? ਇਹਦੇ ਮਿਨਿਸਟਰ ਨੇ ਪੀਯੂਸ਼ ਗੋਇਲ। ਠੀਕ ਹੈ ਜੀ। ਪੀਯੂਸ਼ ਗੋਇਲ। ਇਹ ਤੁਸੀਂ ਯਾਦ ਰੱਖਣਾ।
ਇੱਕ ਆਪਾਂ ਕੱਲ੍ਹ ਵੀ ਇੱਕ ਵੀਕ ਪੜ੍ਹਿਆ ਸੀਗਾ। ਇਸ ਵੀਕ ਦੇ ਵਿੱਚ ਆਪਾਂ ਪੜ੍ਹਿਆ ਸੀਗਾ, ਇਹ ਵੀਕ ਆਪਾਂ ਕਿਸ ਬੇਸ 'ਤੇ ਮਨਾ ਰਹੇ ਹਾਂ, ਕਿਉਂਕਿ 2022 ਦੇ ਵਿੱਚ ਇੰਡੀਆ 1947 'ਚ ਆਜ਼ਾਦ ਹੋਇਆ ਸੀਗਾ। ਉਹਦੇ ਬਾਅਦ 75 ਸਾਲ ਪੂਰੇ ਹੋ ਚੁੱਕੇ ਨੇ। ਆਜ਼ਾਦੀ ਦਾ ਮਹੋਤਸਵ ਦੇ ਅੰਡਰ ਇਹ ਸਾਰੀਆਂ ਸਕੀਮਾਂ ਚੱਲਦੀਆਂ ਪਈਆਂ ਨੇ। ਕੱਲ੍ਹ ਵੀ ਇੱਕ ਮਹੋਤਸਵ ਆਪਾਂ ਸਟਾਰਟ ਪੜ੍ਹਿਆ ਸੀਗਾ, ਜਿਹਦੇ ਵਿੱਚ ਆਪਾਂ ਪੜ੍ਹਿਆ ਸੀ ਯੂਵਾ ਮਹੋਤਸਵ। ਯੂਵਾ ਮਹੋਤਸਵ ਜਿਹੜਾ ਪੁਡੂਚੇਰੀ ਦੇ ਵਿੱਚ ਨਰਿੰਦਰ ਮੋਦੀ ਜੀ ਜਿਹਨੂੰ ਆਪਾਂ ਜਾਣਗੇ ਉੱਥੇ ਔਰਗਨਾਈਜ਼ ਰੀਬਨ ਕੱਟਣਗੇ। ਅਤੇ ਯੂਵਾ ਮਹੋਤਸਵ ਜਿਹੜਾ ਸੀਗਾ ਉਹ 12 ਜਨਵਰੀ ਨੂੰ ਸਟਾਰਟ ਹੋ ਰਿਹਾ, 16 ਜਨਵਰੀ ਤੱਕ ਚੱਲੂਗਾ ਪੁਡੂਚੇਰੀ ਦੇ ਵਿੱਚ, ਠੀਕ ਹੈ। ਤਾਂ ਉਹ ਵੀ ਇੱਕ ਆਪਣਾ ਵੀਕ ਮਨਾਇਆ ਜਾ ਰਿਹਾ, ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ। ਆਈ ਹੋਪ ਕਿ ਤੁਹਾਨੂੰ ਅੱਛਾ ਮਿਨਿਸਟਰੀ ਆਫ ਆਪਣੇ ਜਿਹੜੇ ਇੱਥੇ ਕੀ ਸੀਗਾ ਮਿਨਿਸਟਰ, ਤੁਹਾਨੂੰ ਮੈਂ ਦੱਸ ਹੀ ਚੁੱਕਿਆ, ਠੀਕ ਹੈ। ਉਸ ਤੋਂ ਬਾਅਦ ਆ ਜਾਓ ਨੈਕਸਟ ਕੁਐਸਚਨ ਦੇ ਉੱਪਰ। ਦ ਆਰਗੇਨਾਈਜੇਸ਼ਨ ਆਫ ਦ ਪੈਟਰੋਲੀਅਮ ਓਪੈਕਸ ਇੰਡਸਟਰੀ ਦੇ ਬਾਰੇ ਤੁਸੀਂ ਸੁਣਿਆ ਹੀ ਹੋਏਗਾ। ਇੱਕ ਆਰਗੇਨਾਈਜੇਸ਼ਨ ਹੈ ਓਪੈਕ, ਪੈਟਰੋਲੀਅਮ ਐਕਸਪੋਰਟਿੰਗ ਜਿਹੜੀ ਕੰਪਨੀ ਹੈ, ਪੂਰੇ ਕਮਿਸ਼ਨ ਹੈ। ਇਹਦੇ ਵਿੱਚ ਕੀ ਹੈ ਜੀ, ਅਰਬ ਸਾਈਡ ਦੇ ਜਿੰਨੇ ਵੀ ਕੰਟਰੀਆਂ ਨੇ, ਅਰਬ ਸਾਈਡ ਦੀਆਂ, ਜਿਹਨੂੰ ਅਰਬ ਵਰਲਡ ਬੋਲਦੇ ਆ, ਉੱਥੋਂ ਪੈਟਰੋਲ ਐਕਸਪੋਰਟ ਹੁੰਦਾ ਸਾਰੀਆਂ ਕੰਟਰੀਆਂ। ਇਹ ਕਿੰਨੇ ਮੈਂਬਰਾਂ ਦਾ ਗਰੁੱਪ ਹੈ? ਇਹ 13 ਮੈਂਬਰ ਗਰੁੱਪ ਹੈ। ਇਹ ਵੀ ਤੁਸੀਂ ਯਾਦ ਰੱਖ ਲਓ, 13 ਮੈਂਬਰ ਗਰੁੱਪ ਹੈ। ਅਤੇ ਇਹ ਜਿਹੜਾ ਗਰੁੱਪ ਹੈ ਕੁਵੈਤ ਇਹਦੇ ਵਿੱਚ ਕੀ ਕਹਿੰਦਾ ਪਿਆ ਇਹ ਜਿਹੜਾ ਪੈਟਰੋਲੀਅਮ ਐਕਸਪੋਰਟਿੰਗ ਕੰਟਰੀ ਦੇ ਜਿਹੜਾ ਓਪੈਕ ਦਾ ਇੱਕ ਨਵਾਂ ਹੁਣ ਅਪੋਇੰਟ ਕੀਤਾ ਨਿਊ ਸੈਕਟਰੀ ਜਨਰਲ। ਉਹ ਕਿਹੜੀ ਕੰਟਰੀ ਤੋਂ ਕੀਤਾ? ਇੱਕ ਉਹਦਾ ਨਾਮ ਦੱਸੋ। ਉਹਦਾ ਨਾਮ ਹੈਗਾ ਹਾਇਥਮ ਅਲ ਗਹੀਸ, ਠੀਕ ਹੈ। ਇਹ ਕਿੱਥੋਂ ਦੇ ਨੇ? ਇਹ ਕੁਵੈਤ ਦੇ ਨੇ। ਕੁਵੈਤ ਸਿਟੀ ਕਿੱਥੇ ਹੈ? ਇਹ ਅਰਬ ਕੰਟਰੀਆਂ ਦੇ, ਸਾਊਦੀ ਅਰਬ ਦੇ ਬਿਲਕੁਲ ਤੁਹਾਡਾ ਗਲਫ ਆਫ ਜਿਹੜਾ ਆਪਣਾ ਗਲਫ ਆਫ ਜਿਹੜਾ ਹੈਗਾ ਨਾ ਗਲਫ ਆਫ ਫਾਰਸ ਦੀ ਖਾੜੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਪਰਸ਼ੀਅਨ ਗਲਫ ਜਿਹਨੂੰ ਕਹਿ ਦਿੰਦੇ ਹਾਂ, ਉਹਦੇ ਵਿੱਚ ਇੱਕ G6 ਗਰੁੱਪ ਵੀ ਹੈਗਾ। ਉੱਥੇ ਹੀ ਇਹ ਕੰਟਰੀ ਹੈਗੀ ਹੈ। ਇਹਦਾ ਇਹ ਜਿਹੜੀ ਕੈਪੀਟਲ ਹੈ ਨਾ, ਇਹ ਕੁਵੈਤ ਸਿਟੀ ਹੀ ਹੈ। ਕੁਵੈਤ ਸਿਟੀ ਹੈ, ਦਿਨਾਰ ਇਹਨਾਂ ਦੀ ਕੈਪੀਟਲ ਹੈ, ਕਰੰਸੀ ਹੈ। ਇਹ ਤੁਸੀਂ ਯਾਦ ਰੱਖਣਾ। ਅਤੇ ਇਹ ਤੁਸੀਂ ਇਹ ਜਿਹੜੀ ਸੰਸਥਾ ਹੈਗੀ ਹੈ 1960 ਦੇ ਵਿੱਚ ਬਣੀ ਸੀ। ਇਹਦੇ 13 ਮੈਂਬਰ ਨੇ, ਇਹ ਤੁਸੀਂ ਯਾਦ ਰੱਖਣੇ ਨੇ, ਠੀਕ ਹੈ ਜੀ। ਅਤੇ ਬਗਦਾਦ ਦੇ ਵਿੱਚ ਇਹਦਾ ਹੈੱਡਕੁਆਟਰ ਹੈ, ਇਹ ਵੀ ਯਾਦ ਰੱਖੋ। ਬਗਦਾਦ ਕਿੱਥੇ ਹੈ? ਬਗਦਾਦ ਹੈਗਾ ਜੀ ਆਪਣਾ ਇਰਾਕ ਦੇ ਵਿੱਚ। ਕਿਹੜੀ ਨਦੀ ਦੇ ਉੱਪਰ ਹੈ? ਟਿਗਰਿਸ ਰਿਵਰ, ਟਿਗਰਿਸ ਨਦੀ ਹੈ ਉੱਥੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖ ਲਿਆ। ਉਸ ਤੋਂ ਬਾਅਦ ਆ ਜਾਓ ਨੈਕਸਟ ਕੁਐਸਚਨ ਦੇ। ਇੱਕ ਰੇਟਿੰਗ ਏਜੰਸੀ ਹੈ ਇੰਡੀਆ ਦੀ, ਉਹਨੂੰ ਕਹਿੰਦੇ ਇੰਡੀਆ ਰੇਟਿੰਗ ਰਿਸਰਚ ਜਿਹੜੀ ਰੇਟਿੰਗ ਏਜੰਸੀ ਹੈ, ਇਹ ਇੰਡੀਆ ਦੀ GDP ਗਰੋਥ ਰੇਟ ਨੂੰ ਦੱਸਦੇ ਹੈ। ਕਿੰਨੀ ਇੰਡੀਆ ਦੀ 2000 ਈਅਰ 2022 ਦੇ ਵਿੱਚ ਕਿੰਨੀ ਗਰੋਥ ਰੇਟ ਰਹਿਣੀ ਹੈ, GDP ਕਿੰਨੀ ਰਹੂਗੀ। ਤਾਂ ਇਹਨਾਂ ਨੇ ਐਕਸਪੈਕਟਡ GDP ਦੇ ਬਾਰੇ ਦੱਸਿਆ। ਇਹ ਗਰੁੱਪ ਇਹ ਇੰਡਸਟਰੀ ਜਿਹੜਾ ਇਹ ਗਰੁੱਪ ਹੈ, ਜਿਹੜਾ ਰੇਟਿੰਗ ਏਜੰਸੀ ਵਾਲਾ ਗਰੁੱਪ ਹੈ, ਇਸ ਨੂੰ ਖਰੀਦ ਲਿਆ ਸੀ ਫਿਚ ਗਰੁੱਪ ਨੇ 100% ਇਹਨੂੰ ਓਨ ਕੀਤਾ ਹੈ। ਇਹ ਉਹਦੀ ਕੰਪਨੀ ਹੈ। ਇਹ ਵੀ ਇਸ ਨਾਮ ਤੋਂ ਵੀ ਕੁਐਸਚਨ ਆ ਸਕਦਾ, ਫਿਚ ਗਰੁੱਪ ਵੱਲੋਂ ਵੀ, ਤਾਂ ਸੇਮ ਹੀ ਹੋਏਗਾ। ਇਹ ਦੋਨਾਂ ਹੀ ਇੱਕੋ ਹੀ ਨਾਮ ਦੇ ਗਰੁੱਪ ਨੇ। ਇਹਨਾਂ ਨੇ ਇੰਡੀਆ ਦੀ ਜਿਹੜੀ ਪ੍ਰੋਜੈਕਸ਼ਨ ਕੀਤੀ ਹੈ ਉਹ 9.3 ਕੀਤੀ ਹੈ। ਅਤੇ GDP ਦੀ ਕਈ ਵਾਰੀ ਫੁੱਲ ਫਾਰਮ ਪੁੱਛ ਲੈਂਦੇ। GDP ਕੀ ਹੈ ਜੀ? ਆਪਣਾ ਗਰੋਸ ਡੋਮੈਸਟਿਕ ਪ੍ਰੋਡਕਟ, ਠੀਕ ਹੈ। GDP ਬੈਸਟ ਕੈਲਕੂਲੇਟਿੰਗ ਫੈਕਟਰ ਕਿਹੜਾ ਹੁੰਦਾ? ਪਰ ਕੈਪੀਟਾ ਇਨਕਮ। ਜੇ ਇੰਡੀਆ 'ਚ ਕਿਸੇ ਵੀ ਦੇਸ਼ ਦੀ GDP ਚੈੱਕ ਕਰਨੀ ਹੋਵੇ ਤਾਂ ਆਪਾਂ ਕੀ ਕਰਦੇ ਹਾਂ, ਟੋਟਲ GDP ਨੂੰ, ਜਿੰਨੀ ਵੀ GDP ਹੈ, ਅਤੇ ਉਸ ਨੂੰ ਆਪਾਂ ਕੀ ਕਰ ਦਿੰਦੇ ਹਾਂ, ਟੋਟਲ ਪਾਪੂਲੇਸ਼ਨ ਨਾਲ ਡਿਵਾਈਡ ਕਰ ਦਿੰਦੇ। ਪਰ ਕੈਪੀਟਾ ਇਨਕਮ ਜਿਹੜੀ ਕਿ ਸਭ ਤੋਂ ਬੈਸਟ ਜਿਹੜਾ ਆਪਾਂ ਪੈਰਾਮੀਟਰ ਹੈ ਕਿਸੇ ਵੀ ਦੇਸ਼ ਦੀ GDP ਨੂੰ ਦੱਸਣ ਵਾਸਤੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਤੇ ਉਸ ਤੋਂ ਬਾਅਦ ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ। ਉਸ ਤੋਂ ਬਾਅਦ ਆ ਜਾਓ ਨੈਕਸਟ ਕੁਐਸਚਨ 'ਤੇ। ਵਿਚ ਸਟੇਟ ਗੌਰਮੈਂਟ ਹੈਜ਼ ਲਾਂਚ ਦਾ ਸਟੂਡੈਂਟ ਸਟਾਰਟਅਪ ਇਨੋਵੇਸ਼ਨ ਪੋਲਿਸੀ ਐਂਡ SIP 2.0 ਨੈਕਸਟ 5 ਈਅਰ। ਇਹ ਭੁਪਿੰਦਰ ਪਟੇਲ ਜਿਹੜੇ ਮਿਨਿਸਟਰ ਨੇ, ਭੁਪਿੰਦਰ ਪਟੇਲ CM ਨੇ ਗੁਜਰਾਤ ਦੇ, ਉਹਨਾਂ ਨੇ ਜੀ ਇੱਕ ਅਗਲੇ 5 ਸਾਲਾਂ ਵਾਸਤੇ ਕਿਹੜੀ ਜਿਹੜੀ SIP ਸਟੂਡੈਂਟ ਸਟਾਰਟਅਪ ਸਟਾਰਟ ਕੀਤਾ। ਇਹਦੇ ਵਿੱਚ ਸਟੂਡੈਂਟਸ ਨੂੰ ਐਂਟਰਪ੍ਰੈਨਿਓਰ ਬਣਾਇਆ ਜਾਏਗਾ, ਉਹਨਾਂ ਦੀ ਸਕਿੱਲਸ ਨੂੰ ਇੰਪਰੂਵ ਕੀਤਾ ਜਾਏਗਾ। ਉਹਨਾਂ ਦੇ ਕੋਈ ਕਨਸੈਪਟ ਨੇ, ਉਹਨਾਂ ਵਾਸਤੇ ਉਹਨਾਂ ਨੂੰ ਫੰਡਿੰਗ ਕੀਤੀ ਜਾਊਗੀ ਤਾਂ ਕਿ ਉਹ ਵੱਧ ਤੋਂ ਵੱਧ ਆਪਣੀ ਬਿਜ਼ਨਸ ਨੂੰ ਪ੍ਰਮੋਟ ਕਰ ਸਕਣ, ਬਿਜ਼ਨਸ ਆਈਡੀਆਜ਼ ਨੂੰ ਕ੍ਰੀਏਟ ਕਰ ਸਕਣ। ਇਹਦੇ ਵਾਸਤੇ ਇਹਨਾਂ ਨੇ ਗੁਜਰਾਤ ਦੀ ਸਰਕਾਰ ਨੇ ਇਹ ਸਟਾਰਟਅਪ ਸਟਾਰਟ ਕੀਤਾ ਜਿਹੜਾ 2.0 ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਆਪਣੇ ਕੀ ਨਾਮ ਹੈ, ਗੁਜਰਾਤ ਦੀ ਸਰਕਾਰ ਨੇ ਸਟਾਰਟ ਕੀਤਾ। ਇਹਦੇ ਵਿੱਚ ਉਹ ਆਪਣੇ ਕਿੰਨੇ ਸਟੂਡੈਂਟਸ ਨੂੰ ਟ੍ਰੇਨਿੰਗ ਦੇਣਗੇ? 50,000 ਸਟੂਡੈਂਟ ਨੂੰ ਟ੍ਰੇਨਿੰਗ ਦੇਣਗੇ। ਉਹ ਭਾਵੇਂ 8ਵੀਂ ਕਲਾਸ ਤੋਂ ਹੈ, ਭਾਵੇਂ ਲੈ ਕੇ ਉਹ PhD ਤੱਕ ਹੈ। ਸਾਰੇ ਸਟੂਡੈਂਟਸ ਨੂੰ ਆਪਣੇ ਆਈਡੀਆ ਨੂੰ ਕ੍ਰੀਏਟ ਕਰਨ ਵਾਸਤੇ ਪੈਸੇ ਦਿੱਤੇ ਜਾਣਗੇ, ਫੰਡਿੰਗ ਦਿੱਤੀ ਜਾਊਗੀ, ਤਾਂ ਕਿ ਇਹਨਾਂ ਨੂੰ ਪਤਾ ਜੀ ਗੌਰਮੈਂਟ ਜੋਬ ਤਾਂ ਅਸੀਂ ਦੇ ਨਹੀਂ ਸਕਦੇ। ਜਿਹਦੇ ਵਾਸਤੇ ਕੀ ਕਰਦੇ ਪਏ ਆ, ਪ੍ਰਾਈਵੇਟ ਦੇ ਵਿੱਚ ਬਿਜ਼ਨਸ ਅੰਪਾਇਰ ਨੂੰ ਖੜਾ ਕਰਨ ਅਤੇ ਦੇਸ਼ ਦੀ ਇਕੋਨਮੀ ਦੇ ਵਿੱਚ ਇਹ ਆਪਣੇ ਸਾਥ ਦੇ ਸਕਣ, ਉਸ ਦੇ ਵਾਸਤੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਵੱਡੇ ਲੈਵਲ ਦੇ ਉੱਪਰ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਇਹਨਾਂ ਦਾ ਇੱਕ ਸਿਟੀ ਪੁਰਾਣਾ ਜਿਹੜਾ ਇਹ ਕੁਐਸਚਨ ਯਾਦ ਕਰ ਲਓ, ਡਾਇਮੰਡ ਸਿਟੀ ਕਿਹਨੂੰ ਕਹਿੰਦੇ? ਗੁਜਰਾਤ ਦੀ ਡਾਇਮੰਡ ਸਿਟੀ ਆਪਾਂ ਜਿੱਥੇ ਡਾਇਮੰਡ ਦੀ ਕਟਿੰਗ ਹੁੰਦੀ ਹੈ, ਉਹ ਸੂਰਤ ਸ਼ਹਿਰ ਹੈ। ਇਹਨੂੰ ਟੈਕਸਟਾਈਲ ਹੱਬ ਵੀ ਕਹਿੰਦੇ ਆ, ਠੀਕ ਹੈ ਜੀ। ਟੈਕਸਟਾਈਲ ਹੱਬ ਵੀ ਕਹਿੰਦੇ। ਇਹਨਾਂ ਦੀ ਜਿਹੜੀ ਕੈਪੀਟਲ ਹੈ ਉਹ ਗਾਂਧੀ ਨਗਰ ਹੈ। ਉਹ ਕਿਹੜੀ ਨਦੀ ਦੇ ਉੱਪਰ ਹੈ? ਉਹ ਸਾਬਰਮਤੀ ਰਿਵਰ ਦੇ ਉੱਪਰ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਨੈਕਸਟ ਕੁਐਸਚਨ 'ਤੇ ਆ ਜਾਓ। ਹੂ ਹੈਜ਼ ਬੀਨ ਦੀ ਚਾਰਜ ਆਫ ਦਾ ਨਿਊ ਸੈਕਟਰੀ ਜਨਰਲ ਆਫ ਦਾ ਸ਼ੰਘਾਈ ਕਾਰਪੋਰੇਸ਼ਨ ਆਫ ਇੰਡੀਆ। ਸ਼ੰਘਾਈ ਕਾਰਪੋਰੇਸ਼ਨ SCO ਜਿਹੜਾ ਹੈਗਾ, ਇਹ ਇੱਕ ਕਾਰਪੋਰੇਸ਼ਨ ਹੈ ਆਪਣੇ ਇੰਡੀਆ ਦੇ ਸਾਊਥ ਈਸਟ ਜਿਹੜੇ ਏਸ਼ੀਅਨ ਕੰਟਰੀ ਨੇ, ਉਹਨਾਂ ਏਸ਼ੀਆ ਦੇ ਕੰਟਰੀਜ਼ ਦੇ।
ਤਾਂ ਇਹਦਾ ਹੈੱਡਕੁਆਟਰ ਜੀ ਬੀजिंग ਦੇ ਵਿੱਚ ਹੈ, ਬੀजिंग ਦੇ ਵਿੱਚ। ਸ਼ੰਘਾਈ ਜ਼ਰੂਰ ਲਿਖਿਆ ਪਰ ਬੀजिंग ਦੇ ਵਿੱਚ ਇਹਦਾ ਹੈੱਡਕੁਆਟਰ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਇਹਦੇ ਜੀ ਹੁਣ ਨਵੇਂ ਸੈਕਟਰੀ ਜਨਰਲ ਕਿਹੜੇ ਬਣੇ ਨੇ, ਤਾਂ ਇਹਨਾਂ ਦੇ ਜਿਹੜੇ ਚਾਈਨਾ ਦੇ ਇੱਕ ਬਹੁਤ ਸੀਨੀਅਰ ਲੀਡਰ ਨੇ ਜਿਹਦਾ ਨਾਮ ਹੈ ਚੈਂਗਮਿੰਗ ਇਹਨਾਂ ਦੇ ਕੀ ਹੈ ਨਵੇਂ ਲੀਡਰ ਬਣੇ ਨੇ। ਇਹ ਗਰੁੱਪ ਕਿੰਨੇ ਮੈਂਬਰਾਂ ਦਾ, ਇਹ 9 ਮੈਂਬਰ ਗਰੁੱਪ ਹੈ। ਪਹਿਲਾਂ ਹੁੰਦਾ ਸੀ 8 ਮੈਂਬਰ, ਨਵਾਂ ਮੈਂਬਰ ਕਿਹੜਾ ਜੁੜਿਆ ਜੀ, ਈਰਾਨ। ਠੀਕ ਹੈ ਜੀ, ਈਰਾਨ ਯਾਦ ਰੱਖਣਾ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਇਹ ਜਿਹੜਾ ਗਰੁੱਪ ਹੈ ਜੀ ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਤੇ ਆਓ, ਵਿਚ ਇੰਸਟੀਟਿਊਸ਼ਨ ਹੈਜ਼ ਰਿਲੀਜ਼ ਦਾ ਵੂਮੈਨ ਗਰਲ ਲੈਫਟ ਬਿਹਾਈਂਡ ਗਲੈਰਿੰਗ ਗੈਪਸ ਪੈਂਡੈਮਿਕ ਰਿਸਪੌਂਸ ਰਿਪੋਰਟ। ਇਹ ਜਿਹੜੀ ਯੂਨਾਈਟਿਡ ਨੇਸ਼ਨ ਦੀ ਇੱਕ ਰਿਪੋਰਟ ਹੈ ਜਿਹੜੀ ਗਰਲਸ ਬੇਸ 'ਤੇ ਆਈ ਹੈ। ਉਹ ਜਿਹੜੀ ਗਰਲਸ ਜਿਹੜੀਆਂ ਕੀ ਤੁਹਾਨੂੰ ਪਤਾ ਇੱਕ ਵੂਮੈਨ ਜਿਨ੍ਹਾਂ ਦੀ ਇੱਕ ਸ਼ਾਦੀ ਹੋ ਚੁੱਕੀ ਹੈ, ਗਰਲਸ ਜਿਨ੍ਹਾਂ ਦੇ ਇੱਕ ਸਿੰਗਲ ਨੇ, ਉਹ ਆਪਣੇ ਕੀ ਹੈ ਕੋਵਿਡ-19 ਦੇ ਟਾਈਮ 'ਤੇ ਸਰਕਾਰਾਂ ਨੇ ਉਹ ਹੈਲਪ ਨਹੀਂ ਕੀਤੀ, ਜਿਹਦੇ ਵਾਸਤੇ ਸਰਕਾਰ ਯੂਨਾਈਟਿਡ ਨੇਸ਼ਨ ਨੇ ਨਾ ਇੱਕ ਰਿਪੋਰਟ ਕੱਢੀ ਹੈ ਕਿ ਜਿਹੜੀਆਂ ਗਰਲਸ ਨੇ ਉਹਨਾਂ ਨੂੰ ਮੈਨ ਦੇ ਬਦਲੇ ਸੁਵਿਧਾ ਘੱਟ ਮਿਲੀ ਹੈ ਜਾਂ ਉਹਨਾਂ ਨੂੰ ਜਿਹੜਾ ਸਰਕਾਰ ਵੱਲੋਂ ਜਿਹੜਾ ਹੈਲਪ ਹੈ ਉਹ ਘੱਟ ਕੀਤੀ ਗਈ ਹੈ, ਜਿਸ ਦੇ ਵਿੱਚ ਇਹ ਰਿਪੋਰਟ ਆਈ ਹੈ। ਅਤੇ ਇਹ ਯੂਨਾਈਟਿਡ ਨੇਸ਼ਨ ਦੀ ਵੂਮੈਨ ਸੰਸਥਾ ਦੇ ਵੱਲੋਂ ਸਟਾਰਟ ਕੀਤੀ ਗਈ ਰਿਪੋਰਟ ਹੈ, ਇਹ ਤੁਸੀਂ ਯਾਦ ਰੱਖਣਾ। ਯੂਨਾਈਟਿਡ ਨੇਸ਼ਨ ਜਿਹੜਾ ਹੈ ਆਪਾਂ 24 ਅਕਤੂਬਰ ਨੂੰ ਇਹਦਾ ਯੂਨਾਈਟਿਡ ਨੇਸ਼ਨ ਡੇ ਮਨਾਉਂਦੇ ਹਾਂ। ਠੀਕ ਹੈ ਜੀ, ਅਤੇ 1945 ਦੇ ਵਿੱਚ ਇਹ ਸੰਸਥਾ ਬਣੀ ਸੀ ਯੂਨਾਈਟਿਡ ਨੇਸ਼ਨ। ਠੀਕ ਹੈ ਜੀ, 193 ਮੈਂਬਰ ਨੇ ਇਹਦੇ। ਠੀਕ ਹੈ, 193 ਮੈਂਬਰ ਕਿਹੜਾ ਸੀ, ਸਾਊਥ ਸੁਡਾਨ ਲਾਸਟ ਮੈਂਬਰ ਹੈ ਇਹਦਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਇੰਡੀਆ ਇਜ਼ ਏ ਫਾਊਂਡਿੰਗ ਮੈਂਬਰ, ਪਹਿਲਾਂ ਕਿੰਨੇ ਮੈਂਬਰਾਂ ਨੇ ਸਾਈਨ ਕੀਤੇ ਸੀ, 51 ਮੈਂਬਰਾਂ ਨੇ। ਇਹਦਾ ਮੇਨ ਯੂਨਾਈਟਿਡ ਨੇਸ਼ਨ ਦੀ ਬਿਲਡਿੰਗ ਕਿੱਥੇ ਹੈ ਜੀ, ਇਹ ਹੈਗੀ ਹੈ ਨਿਊਯਾਰਕ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਇਹਦੇ ਬੇਸ 'ਤੇ ਕਾਫੀ ਕੁਐਸਚਨ ਆ ਜਾਂਦੇ ਨੇ। ਅਤੇ ਮੈਂ ਇੱਕ ਕੁਐਸਚਨ ਕੱਲ੍ਹ ਵੀ ਦੱਸਿਆ ਸੀ, ਜਨਰਲ ਅਸੈਂਬਲੀ ਜਿਹੜੀ ਹੈ, ਜਨਰਲ ਅਸੈਂਬਲੀ ਨੇ ਇੰਡੀਆ ਦੀ ਇੱਕ ਸੰਸਥਾ ਹੈ ISA, ਇਸ ਨੂੰ ਐਜ਼ ਇੱਕ ਓਬਜ਼ਰਵਰ ਕੰਟਰੀ ਦੇ ਰੂਪ ਦੇ ਵਿੱਚ ਇਹਨੂੰ ਆਪਾਂ ਮੈਂਬਰ ਬਣਾਇਆ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਤੇ ਜਿਹਨੂੰ ਜਨਰਲ ਅਸੈਂਬਲੀ ਨੂੰ ਆਪਾਂ ਵਰਲਡ ਪਾਰਲੀਮੈਂਟ ਵੀ ਕਹਿੰਦੇ ਹਾਂ। ਠੀਕ ਹੈ, ਵਰਲਡ ਪਾਰਲੀਮੈਂਟ ਨੇ। ਅਤੇ ਇੰਡੀਆ ਦੇ ਇੱਕ TS ਤ੍ਰਿਮੂਰਤੀ ਜਿਹੜੇ ਹੈਗੇ ਨੇ ਉਹਨਾਂ ਨੂੰ ਕੀ ਹੈ ਟੈਰਰਿਜ਼ਮ ਡੈਕਲੇਰੇਸ਼ਨ ਕਮੇਟੀ ਦਾ ਜਿਹੜਾ ਕਿ ਹੈੱਡ ਬਣਾਇਆ ਗਿਆ ਸੀ। ਇਹ ਵੀ ਮੈਂ ਤੁਹਾਨੂੰ ਕੁਐਸਚਨ ਕਰਵਾ ਚੁੱਕਿਆ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਨੈਕਸਟ ਕੁਐਸਚਨ 'ਤੇ ਆਓ, ਐਕਸਟਰਨਲ ਮਿਨਿਸਟਰੀ ਆਫ ਅਫੇਅਰਸ ਹੈਵ ਸਾਈਨ ਟੂ ਐਗਰੀਮੈਂਟ ਦੀ ਸੈਕਿੰਡ ਫੇਸ ਆਫ ਦਾ ਪਾਸਪੋਰਟ ਸੇਵਾ ਪ੍ਰੋਗਰਾਮ ਇਨ ਵਿਚ ਕੰਪਨੀ। ਦੇਖੋ ਐਕਸਟਰਨਲ ਮਿਨਿਸਟਰੀ ਜਿਹੜੀ ਹੈ ਉਹਨਾਂ ਦੇ ਮਿਨਿਸਟਰ ਕੈਬਨਿਟ ਹੈਗੇ ਨੇ ਆਪਣੇ ਐਸ ਜੈ ਸ਼ੰਕਰ ਜਿਹੜੇ ਉਹਦੇ ਮਿਨਿਸਟਰ ਨੇ ਜਿਹੜੇ ਸਾਡੇ ਐਕਸਟਰਨਲ ਅਫੇਅਰ। ਅਤੇ ਆਪਣੇ ਉਸ ਤੋਂ ਬਾਅਦ ਉਹਨਾਂ ਨੇ ਜੀ ਇੱਕ MOU ਸਾਈਨ ਕੀਤਾ ਕਿਹਦੇ ਵਾਸਤੇ, ਪਾਸਪੋਰਟ ਸੇਵਾ ਪ੍ਰੋਗਰਾਮ ਜਿਹੜਾ ਕਿ 2008 ਦੇ ਵਿੱਚ ਚਲਾਇਆ ਗਿਆ ਸੀਗਾ। ਇੰਡੀਆ ਦਾ ਸਭ ਤੋਂ ਵੱਡਾ ਗਵਰਨੈਂਸ ਪ੍ਰੋਗਰਾਮ ਹੈ, ਮਿਸ਼ਨ ਹੈ ਇਹ ਇੰਡੀਆ ਦਾ, ਜਿਹਦੇ ਵਿੱਚ ਕੀ ਹੈ ਜੀ ਇਹਨਾਂ ਨੇ ਹੁਣ ਜਿਹੜਾ ਟਾਈ ਅਪ ਕੀਤਾ ਹੈ ਉਹ ਕਿਹਨਾਂ ਨਾਲ ਕੀਤਾ ਹੈ, TCS ਨਾਲ ਕੀਤਾ। TCS ਟਾਟਾ ਕੰਸਲਟੈਂਸੀ ਸਰਵਿਸ। ਠੀਕ ਹੈ ਜੀ, ਜਿਹੜੇ ਆਪਣੇ ਪੇਪਰ ਵੀ ਕੰਡਕਟ ਕਰਦੀ ਹੁੰਦੀ ਹੈ, ਇਹਨਾਂ ਦੇ ਨਾਲ ਇਹਨਾਂ ਨੇ ਟਾਈ ਅਪ ਕੀਤਾ। ਕੀ ਕੀਤਾ ਜਾਵੇਗਾ, ਇਹਦੇ ਵਿੱਚ ਮੈਕਸਿਮਮ ਤੋਂ ਮੈਕਸਿਮਮ ਕੇਂਦਰ ਖੋਲ੍ਹੇ ਜਾਣਗੇ, ਜਿਹਦੇ ਵਿੱਚ ਓਪਨ ਕੀਤੇ ਜਾਣਗੇ, ਜਿਹਦੇ ਵਿੱਚ ਇਹਨਾਂ ਨੇ 93 ਕੇਂਦਰ ਤੱਕ ਖੋਲ੍ਹਣੇ ਕਿਹੜੇ ਸਿੰਪਲ ਜਿਹੜੇ ਕੇਂਦਰ ਖੋਲ੍ਹਣੇ ਹੈ। ਅਤੇ ਮੇਨ ਜਿਹੜੇ ਪੋਸਟ ਆਫਿਸ ਕੇਂਦਰ ਖੋਲ੍ਹਣੇ ਨੇ ਉਹ 428 ਨੇ। ਅਤੇ ਸਿੰਪਲ ਜਿਹੜੇ ਮੇਨ ਵੱਡੇ ਉਹ ਹੈੱਡ ਆਫਿਸ ਨੇ ਉਹ 36 ਪਾਸਪੋਰਟ ਕੇਂਦਰ ਇਹਨਾਂ ਨੇ ਖੋਲ੍ਹਣੇ ਨੇ। ਠੀਕ ਹੈ ਜੀ, ਪਾਸਪੋਰਟ ਆਫਿਸ ਕੇਂਦਰ ਅਲੱਗ ਨੇ, ਆਫਿਸ ਅਲੱਗ ਨੇ। ਠੀਕ ਹੈ, ਅਤੇ ਇਹ ਡਾਟਾ ਭਾਵੇਂ ਤੁਸੀਂ ਨਾ ਵੀ ਯਾਦ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ, ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਇੰਡੀਆ ਦਾ ਸਭ ਤੋਂ ਵੱਡਾ ਗਵਰਨੈਂਸ ਪਲੇਟਫਾਰਮ ਕਿਹੜਾ ਹੈ ਜੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਇਹ ਪਾਸਪੋਰਟ ਸੇਵਾ ਕੇਂਦਰ ਸਾਡਾ ਪ੍ਰੋਗਰਾਮ ਹੈਗਾ 2008 ਦੇ ਵਿੱਚ ਹੋਇਆ ਸੀਗਾ। ਆਈ ਹੋਪ ਕਿ ਤੁਹਾਨੂੰ ਅੱਜ ਦੇ 10 ਕੁਐਸਚਨ ਆਪਾਂ ਕਰ ਚੁੱਕੇ ਹਾਂ। ਥੈਂਕ ਯੂ ਫॉर ਵਾਚਿੰਗ। ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ, ਕੱਲ੍ਹ ਦੀ ਵੀਡੀਓ ਦੇ ਵਿੱਚ ਮਿਲਾਂਗੇ। ਤਦ ਤੱਕ ਲਈ ਧੰਨਵਾਦ।